AM ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੈਦੀ ਨੰਬਰ 186। ਇੱਕ ਬਹੁਤ ਛੋਟਾ ਮੁੰਡਾ ਸੀ। ਉਸ ਦੀ ਉਮਰ 19 ਸਾਲ ਸੀ। ਉਸ ਦੇ ਚਿਹਰੇ ਤੇ ਇੱਕ ਅਜੀਬ ਨਜ਼ਰ ਦਾ ਪ੍ਰਭਾਵ ਰਹਿੰਦਾ ਸੀ। ਮੈਂ ਉਸ ਨੂੰ ਬੇਕਸੂਰ ਨਹੀਂ ਕਹਿ ਸਕਦੀ ਸੀ, ਨਾ ਹੀ ਮਕਾਰ। ਬਸ ਉਸ ਨੂੰ ਦੇਖ ਕੇ ਮੈਂ ਮਹਿਸੂਸ ਕੀਤਾ ਕਿ ਉਹ ਡੂੰਘੀ ਸੋਚ ਵਿੱਚ ਹੈ। ਮੈਨੂੰ ਉਸ ਲਈ ਸਭ ਤੋਂ ਵੱਧ ਦੁੱਖ ਹੁੰਦਾ ਸੀ, ਕਿਉਂਕਿ ਉਹ ਮੌਤ ਦੀ ਸਜ਼ਾ ਦਾ ਕੈਦੀ ਸੀ। 19-20 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲਾ ਸੀ, ਜਦੋਂ ਕਿ ਇਹ ਦੁਨੀਆ ਅਜੇ ਉਸ ਲਈ ਖੁੱਲੀ ਵੀ ਨਹੀਂ ਸੀ। ਉਹ ਇੱਕ ਬਹੁਤ ਹੀ ਘੱਟ ਉਮਰ ਦਾ ਲੜਕਾ ਸੀ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਤੈਨੂੰ ਕਿਸ ਕਾਰਨ ਅਤੇ ਕਿਸ ਜੁਰਮ ਦੀ ਸਜ਼ਾ ਮਿਲੀ ਹੈ ਕਿ ਤੂੰ ਇਸ ਸੰਸਾਰ ਨੂੰ ਛੱਡ ਕੇ ਇੰਨੀ ਸੋਹਣੀ ਦੁਨੀਆ ਨੂੰ ਪਿੱਛੇ ਛੱਡ ਰਿਹਾ ਹੈ। ਪਰ ਉਸ ਦੇ ਚਿਹਰੇ ਤੇ ਇੰਨੀ ਨਿਰਾਸ਼ਾ ਸੀ ਕਿ ਮੈਂ ਉਸ ਨਾਲ ਗੱਲ ਕਰਦਿਆਂ ਹੀ ਘਬਰਾ ਗਈ। ਮੇਰਾ ਨਾਮ ਵਿਪਾਸ਼ਾ ਹੈ। ਮੈਂ ਇੱਕ ਇੰਸਪੈਕਟਰ ਸੀ। ਪੁਲਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਵਾਂਗ ਮੇਰਾ ਦਿਲ ਵੀ ਬਹੁਤ ਸਖਤ ਸੀ, ਪਰ ਉਸ ਕੈਦੀ ਨੂੰ ਦੇਖ ਕੇ ਮੇਰਾ ਦਿਲ ਪਿਘਲ ਜਾਂਦਾ ਸੀ ਤੇ ਮੇਰਾ ਮਨ ਸਵਾਲਾਂ ਨਾਲ ਭਰ ਜਾਂਦਾ ਸੀ। ਮੈਂ ਉਸ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਣਾ ਚਾਹੁੰਦੀ ਸੀ, ਪਰ ਜੇਲ੍ਹ ਦਾ ਮਾਹੌਲ ਅਜਿਹਾ ਨਹੀਂ ਸੀ ਕਿ ਤੁਸੀਂ ਕਿਸੇ ਕੈਦੀ ਤੋਂ ਉਸ ਦੀ ਨਿੱਜੀ ਜਾਣਕਾਰੀ ਬਾਰੇ ਪੁੱਛ ਸਕੋ। ਅੱਜ ਮੈਨੂੰ ਉੱਪਰੋਂ ਆਰਡਰ ਮਿਲਿਆ ਹੈ। 2 ਦਿਨਾਂ ਬਾਅਦ ਕੈਦੀ ਨੰਬਰ 186 ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਸਮਾਂ ਆ ਗਿਆ ਸੀ। ਉਸ ਲੜਕੇ ਨੂੰ ਜਲਾਦ ਕੋਲ ਭੇਜਿਆ ਜਾਣਾ ਸੀ। ਮੇਰਾ ਦਿਲ ਬੁਰੀ ਤਰ੍ਹਾਂ ਘਬਰਾ ਰਿਹਾ ਸੀ। ਪਹਿਲੀ ਵਾਰ ਮੈਂ ਮੌਤ ਦੀ ਸਜ਼ਾ ਵਾਲੇ ਕੈਦੀ ਨੂੰ ਉਸ ਦੀ ਸਜ਼ਾ ਸੁਣਾਉਣ ਜਾ ਰਹੀ ਸੀ। ਮੇਰਾ ਦਿਲ ਬਹੁਤ ਦੁਖੀ ਸੀ। ਮੈਂ ਸੋਚਿਆ ਕਿ ਮੈਂ ਉਸ ਕੈਦੀ ਤੋਂ ਉਸ ਦੀ ਆਖਰੀ ਇੱਛਾ ਜ਼ਰੂਰ ਪੁੱਛਾਂਗੀ, ਕਿਉਂਕਿ ਬੰਦੇ ਦੀ ਆਖਰੀ ਇੱਛਾ ਹਮੇਸ਼ਾ ਮਰਨ ਤੋਂ ਪਹਿਲਾਂ ਪੁੱਛੀ ਜਾਂਦੀ ਹੈ। ਚਾਹੇ ਉਹ ਆਪਣਾ ਮਨਪਸੰਦ ਭੋਜਨ ਖਾਣਾ ਚਾਹੁੰਦਾ ਹੋਵੇ ਜਾਂ ਆਪਣੇ ਮਨਪਸੰਦ ਵਿਅਕਤੀ ਨੂੰ ਮਿਲਣਾ ਚਾਹੁੰਦਾ ਹੋਵੇ, ਉਸ ਦੀ ਆਖਰੀ ਇੱਛਾ ਹਮੇਸ਼ਾ ਪੂਰੀ ਹੁੰਦੀ ਹੈ। ਉਸ ਦਾ ਨਾਮ ਕੁਲਦੀਪ ਸੀ। ਉਸ ਤੋਂ ਉਸ ਦੀ ਆਖਰੀ ਇੱਛਾ ਬਾਰੇ ਵੀ ਪੁੱਛਿਆ ਜਾਣਾ ਸੀ, ਪਰ ਫਿਲਹਾਲ ਉਸ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆਏ ਸਨ। ਮੈਂ ਦੇਖਿਆ ਕਿ ਉਸ ਦੀ ਮਾਂ ਉਸ ਨੂੰ ਜੱਫੀ ਪਾ ਕੇ ਰੋ ਰਹੀ ਸੀ। ਪੁੱਤਰ, ਮੈਨੂੰ ਯਕੀਨ ਹੈ ਕਿ ਰੱਬ ਤੈਨੂੰ ਸਜ਼ਾ ਨਹੀਂ ਦੇਵੇਗਾ, ਉਹ ਤੈਨੂੰ ਇਸ ਸਜ਼ਾ ਤੋਂ ਬਚਾ ਲਵੇਗਾ। ਮੇਰਾ ਦਿਲ ਕਹਿ ਰਿਹਾ ਹੈ ਕਿ ਮੇਰਾ ਪੁੱਤਰ ਬੇਕਸੂਰ ਹੈ। ਮੈਨੂੰ ਉਸ ਔਰਤ ਤੇ ਤਰਸ ਆਉਣ ਲੱਗਾ। ਮੰਮੀ, ਤੁਸੀਂ ਕੀ ਕਹਿ ਰਹੇ ਹੋ? ਉਸ ਦੀ ਮੌਤ ਦੀ ਸਜ਼ਾ 2 ਦਿਨ ਬਾਅਦ ਦਿੱਤੀ ਜਾਣੀ ਸੀ। ਇਸ ਨੂੰ ਕੌਣ ਰੋਕ ਸਕਦਾ ਹੈ? ਦਰਅਸਲ ਅਗਲਾ ਦਿਨ 26 ਜਨਵਰੀ ਸੀ। ਇਸ ਲਈ ਮੈਨੂੰ ਅੱਜ ਹੀ ਆਰਡਰ ਮਿਲ ਗਿਆ ਕਿ ਮੈਂ ਕੁਲਦੀਪ ਨੂੰ ਉਸਦੇ ਪਰਿਵਾਰ ਨਾਲ ਮਿਲਾਵਾਂ, ਤਾਂ ਜੋ ਬਾਅਦ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕੇ। ਮੈਂ ਸੋਚਿਆ ਕਿ ਕੁਲਦੀਪ ਦੀ ਆਖਰੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਵੇਗੀ, ਇਸ ਲਈ ਉਹ ਉਸ ਤੋਂ ਬਾਅਦ ਕੋਈ ਇੱਛਾ ਬਸ ਸ਼ਾਂਤੀ ਨਾਲ ਮਰਨਾ ਚਾਹੇਗਾ। ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਦੀ ਇੱਛਾ ਇੰਨੀ ਵਿਲੱਖਣ ਅਤੇ ਅਸਾਧਾਰਨ ਹੋਵੇਗੀ। ਖੈਰ, ਕੁਲਦੀਪ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਤੋਂ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਹੁਣ ਉਸ ਕੋਲ ਸਿਰਫ 24 ਘੰਟੇ ਬਚੇ ਸਨ। ਮੈਂ ਉਸ ਕੋਲ ਗਈ ਤੇ ਹਮਦਰਦੀ ਨਾਲ ਪੁੱਛਿਆ। ਮੈਂ ਪਹਿਲੀ ਵਾਰ ਉਸ ਨਾਲ ਗੱਲ ਕੀਤੀ ਸੀ। ਕੁਲਦੀਪ, ਮਰਨ ਤੋਂ ਪਹਿਲਾਂ ਤੇਰੀ ਆਖਰੀ ਇੱਛਾ ਪੂਰੀ ਹੋ ਜਾਵੇਗੀ। ਤੁਹਾਡੀ ਆਖਰੀ ਇੱਛਾ ਕੀ ਹੈ? ਉਸ ਨੂੰ ਇੱਕੋ ਤਿੱਖਾ ਸਵਾਲ ਕੀਤਾ ਕਿ ਜੇਕਰ ਤੂੰ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਹੈ ਤਾਂ ਹੁਣ ਤੇਰੇ ਦਿਲ ਵਿੱਚ ਕੋਈ ਇੱਛਾ ਨਹੀਂ ਰਹੀ ਹੋਵੇਗੀ। ਵਿਸ਼ਾਖਾ ਮੈਡਮ, ਅਜਿਹਾ ਬਿਲਕੁਲ ਨਹੀਂ ਹੈ। ਮੇਰੀ ਆਖਰੀ ਇੱਛਾ ਹੈ, ਮੈਂ ਇਸ ਨੂੰ ਪੂਰਾ ਕਰਨਾ ਚਾਹੁੰਦਾ ਹਾਂ। ਉਸਨੇ ਬੜੇ ਭਰੋਸੇ ਨਾਲ ਜਵਾਬ ਦਿੱਤਾ ਸੀ। ਤੁਹਾਡੀ ਆਖਰੀ ਇੱਛਾ ਕੀ ਹੈ? ਕੁਲਦੀਪ ਨੇ ਕਿਹਾ, ਤੁਸੀਂ ਲੋਕ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੀ ਆਖਰੀ ਇੱਛਾ ਜ਼ਰੂਰ ਪੂਰੀ ਕਰੋਗੇ। ਹਾਂ, ਮੈਂ ਜ਼ਰੂਰ ਕਰਾਂਗੀ। ਇਹ ਤੁਹਾਡਾ ਹੱਕ ਹੈ। ਮੈਂ ਉਸ ਦੀ ਛੋਟੀ ਉਮਰ ਲਈ ਤਰਸ ਕਰਕੇ ਇਹ ਕਿਹਾ। ਫਿਰ ਠੀਕ ਹੈ, ਮੈਨੂੰ ਕਿਸੇ ਸੀਨੀਅਰ ਅਪਰਾਧੀ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਮੈਂ ਉਸ ਅੱਗੇ ਹੀ ਆਪਣੀ ਇੱਛਾ ਪ੍ਰਗਟ ਕਰਾਂਗਾ। ਮੇਰੀ ਇੱਕ ਬਹੁਤ ਖਾਸ ਇੱਛਾ ਹੈ। ਮੈਨੂੰ ਪਤਾ ਹੈ ਇਹ ਬਿਆਨ ਮੈਨੂੰ ਥੋੜਾ ਹੈਰਾਨੀਜਨਕ ਲੱਗਿਆ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ, ਪਰ ਉਹ ਮੌਤ ਦੀ ਸਜ਼ਾ ਦਾ ਕੈਦੀ ਸੀ। ਮੈਂ ਸੋਚਿਆ, ਜਾਣ ਦਿਓ, ਇਹ ਗਰੀਬ ਬੰਦਾ ਸਿਰਫ 2 ਦਿਨਾਂ ਦਾ ਮਹਿਮਾਨ ਹੈ। ਉਸ ਨਾਲ ਬੈਰ ਕਰਕੇ ਮੈਨੂੰ ਕੀ ਲਾਭ ਹੋਵੇਗਾ? ਮੈਂ ਕੁਲਦੀਪ ਨੂੰ ਜੇਲ੍ਹ ਦੇ SP ਅੱਗੇ ਪੇਸ਼ ਕੀਤਾ। SP ਸਾਹਿਬ ਨੇ ਕਿਹਾ, ਬੱਚਿਆ, ਤੇਰੀ ਆਖਰੀ ਇੱਛਾ ਕੀ ਹੈ? ਦੱਸ। ਮੈਂ ਹੈਰਾਨ ਸੀ। ਉਹ ਮੌਤ ਦੀ ਸਜ਼ਾ ਵਾਲੇ ਕੈਦੀ ਨਾਲ ਇੰਨੀ ਨਰਮੀ ਨਾਲ ਕਿਵੇਂ ਗੱਲ ਕਰ ਸਕਦੇ ਹੈ? ਪਰ ਸ਼ਾਇਦ ਉਸ ਨੂੰ ਆਪਣੀ ਅਸਲੀਅਤ ਦਾ ਪਤਾ ਹੋਵੇ। ਉਸ ਦਾ ਕੀ ਕਸੂਰ ਹੈ ਅਤੇ ਉਸ ਨੂੰ ਸਜ਼ਾ ਕਿਉਂ ਮਿਲੀ ਹੈ? ਜਿੱਥੇ ਜ਼ਿਆਦਾਤਰ ਕੈਦੀ ਇਸ ਤਰ੍ਹਾਂ ਦੇ ਸਨ, ਉਹਨਾਂ ਦਾ ਜਨਮ ਛੋਟਾ ਸੀ ਅਤੇ ਸਜ਼ਾ ਵੱਧ ਗਈ ਸੀ, ਜਦੋਂ ਕਿ ਵੱਡੇ ਅਪਰਾਧ ਕਰਨ ਵਾਲੇ ਲੋਕ ਖੁੱਲ੍ਹੇਆਮ ਘੁੰਮ ਰਹੇ ਸਨ। ਇਸ ਸਮੇਂ ਜਦੋਂ ਉਹਨਾਂ ਨੂੰ ਉਹਨਾਂ ਦੀ ਆਖਰੀ ਇੱਛਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਖਰੀ ਅਤੇ ਪਹਿਲੀ ਵਾਰ ਵਿਆਹ ਕਰਨਾ ਚਾਹੁੰਦਾ ਹੈ ਅਤੇ ਇਹ ਦਿਨ ਮੇਰਾ ਹੋਵੇਗਾ। ਉਸ ਦੀ ਇੱਛਾ ਪੂਰੀ ਕਰਨੀ ਸੀ। ਮੈਨੂੰ ਕਿਸੇ ਗੱਲ ਤੇ ਇਤਰਾਜ਼ ਨਹੀਂ ਸੀ। ਪੰਡਿਤ ਜੀ ਨੂੰ ਬੁਲਾਇਆ ਗਿਆ। ਕੁਲਦੀਪ ਨੂੰ ਜੇਲ੍ਹ ਵਿੱਚੋਂ ਬਾਹਰੋਂ ਲਿਆ ਕੇ ਦਫ਼ਤਰ ਵਿੱਚ ਬਿਠਾਇਆ ਗਿਆ। ਪੰਡਿਤ ਜੀ ਨੇ ਵਿਆਹ ਕਰਵਾ ਦਿੱਤਾ। ਕੁਲਦੀਪ ਨੇ ਕਿਹਾ ਕਿ ਹੁਣ ਤੁਸੀਂ ਆਪਣੀ ਮਰਜ਼ੀ ਅਤੇ ਵਾਅਦੇ ਮੁਤਾਬਕ
ਸਾਬਿਤ ਮੇਰੀ ਲਾੜੀ ਨੂੰ ਜੇਲ੍ਹ ਭੇਜ ਦਿਓ, ਮੈਂ ਉਸ ਨਾਲ ਗੱਲ ਕਰਾਂਗਾ। ਸਾਰਾ ਦਿਨ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਾਂਗੇ, ਫਿਰ ਇਹ ਦੂਰ ਹੋ ਜਾਵੇਗਾ। ਉਸ ਤੋਂ ਬਾਅਦ ਤੁਸੀਂ ਮੈਨੂੰ ਫਾਂਸੀ ਦਿਓਗੇ, ਕੋਈ ਦੁੱਖ ਨਹੀਂ ਹੋਵੇਗਾ, ਮੈਨੂੰ ਮੇਰਾ ਪਿਆਰ ਵਾਪਸ ਮਿਲੇਗਾ। ਕੁਲਦੀਪ ਦੀਆਂ ਗੱਲਾਂ ਸੁਣ ਕੇ ਆਈਐਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਸੱਚਾ ਪਿਆਰ ਅਸਲ ਵਿੱਚ ਇਸ ਤਰ੍ਹਾਂ ਹੁੰਦਾ ਹੈ, ਮੈਂ ਆਪਣੇ ਦਿਲ ਵਿੱਚ ਸੋਚ ਰਹੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਉਸ ਦਾ ਸੱਚਾ ਪਿਆਰ ਹੈ। ਇਸ ਦੇ ਪਿੱਛੇ ਵੱਡੀ ਕਹਾਣੀ ਕੀ ਹੈ ਜਿਸ ਨਾਲ ਸਾਡੇ ਹੋਸ਼ ਉੱਡ ਜਾਣਗੇ। ਐਸਪੀ ਸਾਹਿਬ ਨੇ ਮੁਸਕਰਾ ਕੇ ਮੈਨੂੰ ਇਸ਼ਾਰਾ ਕੀਤਾ ਕਿ ਤੁਸੀਂ ਉਸ ਕੁੜੀ ਨੂੰ ਕੁਲਦੀਪ ਕੋਲ ਲੈ ਜਾਓ ਅਤੇ ਜੇਲ੍ਹ ਵਿੱਚ ਸੁੱਟ ਦਿਓ। ਇਹ ਗਰੀਬ ਕੁੜੀ ਆਪ ਹੀ ਤੰਗ ਆ ਕੇ ਕੁਝ ਸਮੇਂ ਬਾਅਦ ਬਾਹਰ ਆਉਣ ਲਈ ਕਹੇਗੀ। ਮੈਂ ਵੀ ਇਹੀ ਸੋਚ ਰਿਹਾ ਸੀ। ਮੈਂ ਉਸ ਕੁੜੀ ਨੂੰ ਜੇਲ੍ਹ ਲੈ ਗਈ। ਉੱਥੇ ਦੋ ਵਿਅਕਤੀਆਂ ਦੇ ਖੜੇ ਹੋਣ ਲਈ ਵੀ ਥਾਂ ਨਹੀਂ ਸੀ। ਮੈਂ ਦੋਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਫਿਰ ਬਾਹਰ ਆਈ। ਮੈਂ ਥੋੜੀ ਦੇਰ ਬਾਅਦ ਸੋਚਿਆ ਉਹ ਕੁੜੀ ਤੰਗ ਆ ਗਈ ਹੋਵੇਗੀ, ਪਰ ਮੈਨੂੰ ਹਲਕੀ ਜਿਹੀ ਆਵਾਜ਼ ਸੁਣਾਈ ਦੇਣ ਲੱਗੀ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਕੁਝ ਖੋਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ ਜੇਲ੍ਹ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਪਤਾ ਸੀ ਕਿ ਜੇਲ੍ਹ ਦਾ ਦਰਵਾਜ਼ਾ ਖੋਲਣਾ ਐਨੀ ਸੌਖੀ ਗੱਲ ਨਹੀਂ ਹੈ। ਮੇਰੀ ਕੋਸ਼ਿਸ਼ ਇਹ ਕਿ ਕੁਲਦੀਪ ਆਪਣੇ ਪਿਆਰ ਨਾਲ ਆਪਣੇ ਆਖਰੀ ਸ਼ਬਦ ਬੋਲੇ। ਮੈਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿ ਉਹ ਦੋਵੇਂ ਇਸ ਸਮੇਂ ਕਿਸ ਬਾਰੇ ਗੱਲ ਕਰ ਰਹੇ ਸਨ। ਨਾ ਤਾਂ ਮੈਂ ਸੁਣਿਆ ਤੇ ਨਾ ਹੀ ਮੇਰਾ ਉਹਨਾਂ ਵੱਲ ਧਿਆਨ ਸੀ। ਬਸ ਇੰਨਾ ਹੀ ਕਾਫੀ ਸੀ ਕਿ ਜੇਲ੍ਹ ਵਿੱਚ ਇੰਨੇ ਪਹਿਰੇਦਾਰ ਸਨ ਅਤੇ ਜੇਲ੍ਹ ਦੇ ਦਰਵਾਜ਼ੇ ਤੇ ਸਖਤ ਤਾਲਾ ਲੱਗਿਆ ਹੋਇਆ ਸੀ। ਕੋਈ ਚਾਹੇ ਵੀ ਉਸ ਤਾਲੇ ਨੂੰ ਨਹੀਂ ਖੋਲ ਸਕਦਾ ਸੀ। ਬਹੁਤ ਸਮਾਂ ਬੀਤ ਗਿਆ ਹੈ। ਮੈਨੂੰ ਨੀਂਦ ਆਉਣ ਲੱਗੀ ਸੀ ਜਦੋਂ ਮੈਂ ਜੇਲ੍ਹ ਵਿੱਚੋਂ ਚੀਕਣ ਦੀ ਆਵਾਜ਼ ਸੁਣੀ। ਜਦੋਂ ਮੈਂ ਤੇਜ਼ੀ ਨਾਲ ਉੱਥੇ ਪਹੁੰਚੀ ਤਾਂ ਕੁਲਦੀਪ ਨਾਲ ਵਿਆਹ ਕਰਵਾਉਣ ਆਈ ਕੁੜੀ ਜੇਲ੍ਹ ਵਿੱਚ ਬੈਠੀ ਸੀ। ਉਸ ਨੇ ਕਿਹਾ, ਮੈਨੂੰ ਇੱਥੋਂ ਕੱਢ ਦਿਓ, ਹੁਣ ਮੈਂ ਕੁਲਦੀਪ ਨਾਲ ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਮੈਂ ਸੋਚਿਆ ਸ਼ਾਇਦ ਕੁਲਦੀਪ ਨੇ ਉਸ ਕੁੜੀ ਨਾਲ ਕੁਕਰਮ ਕੀਤਾ ਹੋਵੇਗਾ। ਉਸ ਨੇ ਕਿਹਾ, ਮੇਰੇ ਪਰਿਵਾਰ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ, ਇਸ ਲਈ ਮੈਨੂੰ ਘਰ ਜਾਣਾ ਪਵੇਗਾ। ਮੈਂ ਝੱਟ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ। ਕੁਲਦੀਪ ਨੂੰ ਛੱਡ ਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਮੈਂ ਅਣਜਾਣ ਸੀ ਕਿ ਜਦੋਂ ਮੈਂ ਸਵੇਰੇ ਉੱਠੀ ਤਾਂ ਕੋਈ ਤੂਫਾਨ ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ। ਐਸਪੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਮੌਤ ਦੀ ਸਜ਼ਾ 186 ਕਿੱਥੇ ਹੈ। ਮੈਂ ਕਿਹਾ, ਉਹ ਤਾਂ ਆਪਣੀ ਜੇਲ੍ਹ ਵਿੱਚ ਹੀ ਹੋਵੇਗਾ। ਤੁਸੀਂ ਕਿਉਂ ਪੁੱਛ ਰਹੇ ਹੋ? ਐਸਪੀ ਨੇ ਕਿਹਾ ਕਿ ਮੈਂ ਇਸ ਨੂੰ ਕਿਤੇ ਵੀ ਨਹੀਂ ਦੇਖ ਸਕਿਆ। ਮੈਂ ਇੱਕ ਹੋਰ ਕਾਂਸਟੇਬਲ ਭੇਜਿਆ ਸੀ, ਕੁਲਦੀਪ ਨੂੰ ਲਿਆਂਦਾ ਜਾਵੇ। ਤੁਸੀਂ ਜਾ ਕੇ ਜੇਲ੍ਹ ਦਾ ਨੰਬਰ ਚੈੱਕ ਕਰੋ ਕਿੱਥੇ ਹੈ, ਕਿ ਤੁਸੀਂ ਧਿਆਨ ਨਾਲ ਨਹੀਂ ਦੇਖਿਆ ਹੋਵੇਗਾ। ਮੈਂ ਐਸਪੀ ਸਾਹਿਬ ਨੂੰ ਕਿਹਾ, ਮੈਂ ਜਾ ਕੇ ਦੇਖ ਲੈਂਦੀ ਹਾਂ, ਪਰ ਮੇਰਾ ਦਿਲ ਇੰਜ ਧੜਕ ਰਿਹਾ ਸੀ। ਹੁਣ ਮੈਂ ਕੀ ਕਰਾਂ? ਜੇਲ੍ਹ ਨੰਬਰ 186 ਚਲਾ ਗਿਆ। ਉੱਥੇ ਪੂਰਾ ਹਨੇਰਾ ਸੀ। ਮਹੂਰਤ ਅਨੁਸਾਰ ਮੈਂ ਕੁਲਦੀਪ ਨੂੰ ਫੋਨ ਕੀਤਾ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਫਲੈਸ਼ ਲਾਈਟ ਔਨ ਕਰ ਦਿੱਤੀ। ਮੈਂ ਜੇਲ੍ਹ ਦੇ ਫਰਸ਼ ਤੇ ਇੱਕ ਮੁਰਦਾ ਆਦਮੀ ਨੂੰ ਪਿਆ ਦੇਖਿਆ। ਇੰਜ ਲੱਗਦਾ ਸੀ ਜਿਵੇਂ ਉਹ ਸੱਚਮੁੱਚ ਮਰ ਗਿਆ ਹੋਵੇ, ਪਰ ਜਦੋਂ ਮੈਂ ਉਸ ਆਦਮੀ ਨੂੰ ਛੂਹਿਆ ਤਾਂ ਮੇਰੀ ਜਾਨ ਨਿਕਲ ਗਈ। ਉਸ ਸਮੇਂ ਐਸਪੀ ਸਾਹਿਬ ਵੀ ਪਹੁੰਚ ਚੁੱਕੇ ਸਨ। ਜਦੋਂ ਉਸ ਨੇ ਉਸ ਆਦਮੀ ਵੱਲ ਦੇਖਿਆ ਤਾਂ ਉਸ ਦੇ ਵੀ ਹੋਸ਼ ਉੱਡ ਗਏ। ਐਸਪੀ ਸਾਹਿਬ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਇੰਨੀ ਅਕਲ ਨਹੀਂ, ਤੁਸੀਂ ਇੰਨੇ ਸਾਲਾਂ ਤੋਂ ਡਿਊਟੀ ਕਰ ਰਹੇ ਹੋ, ਕੀ ਤੁਹਾਡੇ ਕੋਲ ਅਜੇ ਇੰਨਾ ਤਜਰਬਾ ਨਹੀਂ ਹੈ? ਤੁਹਾਨੂੰ ਇੱਥੇ ਕੰਮ ਕਰਦਿਆਂ ਸ਼ਰਮ ਆਉਣੀ ਚਾਹੀਦੀ ਹੈ। ਪਰ ਲੋਕ ਅਜੇ ਤੱਕ ਨਹੀਂ ਸਮਝਦੇ। ਤੁਹਾਨੂੰ ਪਤਾ ਨਹੀਂ ਤੁਹਾਡਾ ਧਿਆਨ ਕਿੱਥੇ ਹੈ। ਜੇਕਰ ਕਿਸੇ ਲਾਪਰਵਾਹੀ ਕਾਰਨ ਮੇਰੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿਰਫ ਔਰ ਸਿਰਫ ਤੁਹਾਡੀ ਹੋਵੇਗੀ। ਉਸਨੇ ਕੁੜੀ ਬਣ ਕੇ ਇੰਨਾ ਵੱਡਾ ਧੋਖਾ ਕੀਤਾ ਸਾਡੇ ਨਾਲ। ਮੈਨੂੰ ਲੱਗਿਆ ਸੀ ਕਿ ਲੜਕੀ ਜੋ ਕੁਲਦੀਪ ਨੂੰ ਮਿਲਣ ਦੁਲਹਨ ਬਣ ਕੇ ਆਈ ਹੈ, ਕੁਲਦੀਪ ਦੇ ਪਿਆਰ ਵਿੱਚ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਕੁਲਦੀਪ ਨੇ ਮੈਨੂੰ ਧੋਖਾ ਦੇਣ ਲਈ ਉਸ ਦੀ ਵਰਤੋਂ ਕੀਤੀ ਸੀ। ਉਹ ਆਪ ਹੀ ਦੁਲਹਨ ਬਣ ਕੇ ਜੇਲ੍ਹ ਤੋਂ ਫਰਾਰ ਹੋ ਗਿਆ ਸੀ ਅਤੇ ਇਸ ਕੁੜੀ ਨੂੰ ਸਾਡੇ ਸਾਹਮਣੇ ਛੱਡ ਗਿਆ ਸੀ। ਹੁਣ ਅਸੀਂ ਉਸ ਕੁੜੀ ਨੂੰ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੇ ਸੀ, ਕਿਉਂਕਿ ਸਜ਼ਾ ਤਾਂ ਉਹਨਾਂ ਨੂੰ ਮਿਲਦੀ ਹੈ ਜੋ ਮੌਤ ਦੇ ਕੈਦੀ ਹਨ। ਹੁਣ ਅਸੀਂ ਉਸ ਕੁੜੀ ਦਾ ਕੀ ਕਰੀਏ ਜਦੋਂ ਕਿ ਇਹ ਕੁੜੀ ਮਰਦਾਂ ਦੇ ਕੱਪੜਿਆਂ ਵਿੱਚ ਹੈ? ਤੁਹਾਡਾ ਧਿਆਨ ਕਿੱਥੇ ਹੈ? ਜੇਕਰ ਕਿਸੇ ਲਾਪਰਵਾਹੀ ਕਾਰਨ ਮੇਰੇ ਤੇ ਸੱਤਾਂ ਦੀ ਵਰਤੋਂ ਕੀਤੀ ਗਈ ਤਾਂ ਇਸ ਦੀ ਜ਼ਿੰਮੇਵਾਰੀ ਸਿਰਫ ਤੁਹਾਡੀ ਹੀ ਹੋਵੇਗੀ। ਐਸਪੀ ਸਾਹਿਬ ਮੈਨੂੰ ਬੋਲਣ ਲੱਗੇ ਤੇ ਮੇਰਾ ਦਿਲ ਘਬਰਾ ਗਿਆ। ਸਾਡੇ ਨਾਲ ਹੋਇਆ ਇੰਨਾ ਵੱਡਾ ਧੋਖਾ ਕਿਸੇ ਵੀ ਹਾਲਤ ਵਿੱਚ ਭੁੱਲਿਆ ਨਹੀਂ ਜਾ ਸਕਦਾ। ਉਹ ਆਪ ਹੀ ਦੁਲਹਨ ਬਣ ਕੇ ਜੇਲ੍ਹ ਤੋਂ ਫਰਾਰ ਹੋ ਗਿਆ ਸੀ ਤੇ ਇਸ ਕੁੜੀ ਨੂੰ ਸਾਡੇ ਸਾਹਮਣੇ ਛੱਡ ਗਿਆ ਸੀ। ਉਸ ਕੁੜੀ ਨੇ ਸਾਨੂੰ ਇਹ ਗੱਲ ਦੱਸੀ ਤਾਂ ਮੈਨੂੰ ਉਸ ਤੇ ਬਹੁਤ ਗੁੱਸਾ ਆਉਣ ਲੱਗਾ, ਪਰ ਮੈਂ ਕੁਝ ਨਾ ਕਰ ਸਕੀ। ਐਸਪੀ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਕੁਲਦੀਪ ਨੂੰ ਜਲਦੀ ਤੋਂ ਜਲਦੀ ਲੱਭ ਲਿਆ ਜਾਵੇ ਅਤੇ 2 ਦਿਨਾਂ ਬਾਅਦ ਅਸੀਂ ਕੀ ਜਵਾਬ ਦੇਵਾਂਗੇ। ਅਸੀਂ ਉਸ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੁੰਦੇ ਸੀ, ਉਸ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣਾ ਚਾਹੁੰਦੇ ਸੀ, ਪਰ ਉਹ ਸਾਨੂੰ ਚਕਮਾ ਦੇ ਕੇ ਭੱਜ ਗਿਆ।
ਮੈਨੂੰ ਤੁਹਾਨੂੰ ਮਰਦਾਂ ਦੀ ਜੇਲ੍ਹ ਵਿੱਚ ਡਿਊਟੀ ਤੇ ਨਹੀਂ ਰੱਖਣਾ ਚਾਹੀਦਾ ਸੀ। ਔਰਤ ਮਰਦਾਂ ਨੂੰ ਨਹੀਂ ਸਮਝ ਸਕਦੀ। ਐਸਪੀ ਸਾਹਿਬ ਮੈਨੂੰ ਬੋਲਦੇ ਰਹੇ। ਮੇਰਾ ਦਿਲ ਬਹੁਤ ਘਬਰਾਇਆ ਹੋਇਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਵੇਂ ਹੋ ਸਕਦਾ ਹੈ। ਮੈਂ ਇੱਕ ਆਦਮੀ ਤੇ ਭਰੋਸਾ ਕੀਤਾ ਸੀ, ਇੱਕ ਮੁੰਡੇ ਤੇ ਤਰਸ ਆਇਆ ਸੀ। ਤਰਸ ਖਾ ਕੇ ਮੈਂ ਉਸ ਦਾ ਵਿਆਹ ਕਰਵਾਉਣਾ ਅਤੇ ਉਸਨੇ ਮੇਰੀਆਂ ਅੱਖਾਂ ਵਿੱਚ ਧੂੜ ਸੁੱਟ ਦਿੱਤੀ। ਪਰ ਹੁਣ ਸਾਡੇ ਕੋਲ ਇੱਕ ਹੀ ਰਾਸਤਾ ਸੀ ਕਿ ਅਸੀਂ ਉਸ ਕੁੜੀ ਦੇ ਮਾਪਿਆਂ ਤੱਕ ਪਹੁੰਚੀਏ ਅਤੇ ਫਿਰ ਕੁਲਦੀਪ ਨੂੰ ਲੱਭੀਏ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਸਵੇਰੇ 4 ਵਜੇ ਇੱਥੋਂ ਨਿਕਲਿਆ ਸੀ। ਆਖਰ ਉਹ ਕੁੜੀ ਕੁਲਦੀਪ ਦੀ ਥਾਂ ਬੈਠਣ ਲਈ ਕਿਵੇਂ ਰਾਜੀ ਹੋ ਗਈ? ਉਸ ਨੇ ਕਿਵੇਂ ਸੋਚਿਆ ਕਿ ਕੁਲਦੀਪ ਦੇ ਹਿੱਸੇ ਲਈ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ? ਉਹ ਵੀ ਕਿਸੇ ਅਪਰਾਧੀ ਤੋਂ ਘੱਟ ਨਹੀਂ ਸੀ। ਜੇਕਰ ਕੁਲਦੀਪ ਇੰਨਾ ਵੱਡਾ ਅਪਰਾਧੀ ਹੁੰਦਾ ਤਾਂ ਇਹ ਕੁੜੀ ਉਸ ਨੂੰ ਪਿਆਰ ਕਦੇ ਨਾ ਕਰਦੀ। ਜਦੋਂ ਮੈਂ ਉਸ ਦੇ ਮਾਤਾ ਪਿਤਾ ਬਾਰੇ ਪੁੱਛਿਆ ਤਾਂ ਉਸ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਕਾਂਸਟੇਬਲ ਨੀਰਜ ਦੀ ਬੇਟੀ ਹੈ। ਨੀਰਜ ਅਗਲੇ ਪਿੰਡ ਵਿੱਚ ਰਹਿੰਦਾ ਸੀ। ਸਾਡੇ ਲਈ ਨੀਰਜ ਨੂੰ ਬੁਲਾ ਕੇ ਲਿਆਉਣਾ ਕੋਈ ਔਖੀ ਗੱਲ ਨਹੀਂ ਸੀ, ਪਰ ਮੈਂ ਸੋਚਿਆ ਕਿ ਜਦੋਂ ਇਹ ਕੁੜੀ ਮੇਰੇ ਸਾਹਮਣੇ ਹੈ ਤਾਂ ਮੈਂ ਇਸੇ ਤੋਂ ਸਾਰੀ ਗੱਲ ਕਿਉਂ ਨਾ ਪੁੱਛਾਂ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਕੁਲਦੀਪ ਜੀਜੂ ਬਾਰੇ ਹਰ ਸੱਚਾਈ ਦੱਸਣ ਲਈ ਤਿਆਰ ਹਾਂ। ਕੀ ਕੁਲਦੀਪ ਤੇਰਾ ਜੀਜਾ ਹੈ? ਫਿਰ ਕੁਲਦੀਪ ਨਾਲ ਵਿਆਹ ਕਿਉਂ ਕੀਤਾ? ਮੈਂ ਤੁਹਾਨੂੰ ਪੂਰੀ ਗੱਲ ਦੱਸਦੀ ਹਾਂ। ਜੇਕਰ ਉਹ ਰਿਸ਼ਤੇ ਵਿੱਚ ਤੁਹਾਡਾ ਜੀਜਾ ਲੱਗਦਾ ਹੈ ਤਾਂ ਤੁਸੀਂ ਇਹ ਡਰਾਮਾ ਕਿਉਂ ਕੀਤਾ? ਉਹ ਮੇਰਾ ਜੀਜਾ ਹੈ, ਪਰ ਕਿਸਮਤ ਨੇ ਮੈਨੂੰ ਇਸ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ। ਮੈਂ ਬੇਸ਼ੱਕ ਉਸ ਨੂੰ ਪਿਆਰ ਨਹੀਂ ਕਰਦੀ ਹਾਂ, ਪਰ ਅਜਿਹਾ ਨਹੀਂ ਸੀ ਕਿ ਮੈਂ ਉਸ ਨਾਲ ਵਿਆਹ ਕਰਵਾਵਾਂ, ਪਰ ਮਜਬੂਰੀ ਵਿੱਚ ਮੈਂ ਉਸ ਨਾਲ ਵਿਆਹ ਕਰਵਾਇਆ। ਫਿਰ ਤੁਸੀਂ ਇਹ ਸਭ ਕਿਉਂ ਕੀਤਾ? ਤੂੰ ਉਸ ਨਾਲ ਵਿਆਹ ਕਿਉਂ ਕੀਤਾ? ਕਾਰਨ ਕੀ ਸੀ? ਕੀ ਤੁਸੀਂ ਸਾਨੂੰ ਸਾਰਿਆਂ ਨੂੰ ਧੋਖਾ ਦੇਣ ਅਤੇ ਕੁਲਦੀਪ ਨੂੰ ਇੱਥੋਂ ਭਜਾਉਣ ਲਈ ਅਜਿਹਾ ਕੀਤਾ ਸੀ? ਨਹੀਂ, ਮੇਰੇ ਤੇ ਵਿਸ਼ਵਾਸ ਕਰੋ, ਅਜਿਹਾ ਬਿਲਕੁਲ ਨਹੀਂ ਹੈ। ਉਹ ਕੱਲ ਸ਼ਾਮ ਤੱਕ ਵਾਪਸ ਆ ਜਾਣਗੇ। ਉਹ ਮੈਨੂੰ ਇੱਥੇ ਕਿਵੇਂ ਛੱਡ ਸਕਦਾ ਹੈ? ਗੱਲ ਇਹ ਹੈ ਕਿ ਹੁਣ ਉਸ ਨੇ ਮੇਰੇ ਨਾਲ ਵਿਆਹ ਕਰ ਲਿਆ ਹੈ। ਮੈਂ ਉਸ ਦੀ ਪਤਨੀ ਹਾਂ ਅਤੇ ਉਹ ਕਦੇ ਵੀ ਆਪਣੀ ਪਤਨੀ ਨੂੰ ਛੱਡ ਕੇ ਡਰਪੋਕ ਵਾਂਗ ਨਹੀਂ ਭੱਜੇਗਾ। ਉਹ ਪਿੱਠ ਦਿਖਾ ਕੇ ਭੱਜਣ ਵਾਲਾ ਨਹੀਂ ਹੈ। ਮੈਂ ਕੁੜੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਜੋ ਕਹਾਣੀ ਮੈਨੂੰ ਉਸ ਨੇ ਦੱਸੀ, ਉਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸ ਕਹਾਣੀ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਬੇਵੱਸ ਸੀ। ਮੈਂ ਆਪਣਾ ਫੈਸਲਾ ਬਦਲ ਲਿਆ ਅਤੇ ਕੇਸ ਦੀ ਦੁਬਾਰਾ ਜਾਂਚ ਕਰਨ ਦੇ ਹੁਕਮ ਲਏ ਅਤੇ ਕੈਦੀ ਨੰਬਰ 186 ਦੀ ਲਾੜੀ ਤੋਂ ਦੁਬਾਰਾ ਪੁੱਛਗਿੱਛ ਕੀਤੀ। ਉਹ ਆਪਣੀ ਕਹਾਣੀ ਦੱਸਣ ਲੱਗੀ। ਮੇਰਾ ਨਾਮ ਨੇਹਾ ਹੈ। ਮੇਰੀ ਵੱਡੀ ਭੈਣ ਦੀ ਕੁਲਦੀਪ ਨਾਲ ਮੰਗਣੀ ਹੋਈ ਸੀ। ਕੁਲਦੀਪ ਬਚਪਨ ਤੋਂ ਹੀ ਬਹੁਤ ਬਹਾਦਰ ਲੜਕਾ ਸੀ। ਉਸ ਦੀ ਜ਼ਿੰਦਗੀ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਮਾਂ ਆਇਆ ਹੋਵੇ ਜਦੋਂ ਕੁਲਦੀਪ ਡਰ ਕੇ ਕਿਸੇ ਤੋਂ ਭੱਜਿਆ ਹੋਵੇ। ਕੁਲਦੀਪ ਇੱਕ ਮੁੰਡਾ ਸੀ ਜੋ ਮੇਰੇ ਗੁਆਂਢੀ ਪਿੰਡ ਵਿੱਚ ਮੇਰੇ ਭਰਾ ਦਾ ਦੋਸਤ ਸੀ। ਅਸੀਂ ਕੁਲਦੀਪ ਤੇ ਬਹੁਤ ਭਰੋਸਾ ਕਰਦੇ ਸੀ। ਫਿਰ ਜਦੋਂ ਮੇਰੀ ਵੱਡੀ ਭੈਣ ਦੀ ਕੁਲਦੀਪ ਨਾਲ ਮੰਗਣੀ ਹੋਈ ਤਾਂ ਕੁਲਦੀਪ ਵੀ ਸਾਡੇ ਘਰ ਆਉਣ ਲੱਗਾ, ਪਰ ਪਿੰਡ ਦਾ ਮਾਹੌਲ ਬੜਾ ਅਜੀਬ ਜਿਹਾ ਹੋ ਗਿਆ। ਇੱਕ ਰਾਤ ਕੁਲਦੀਪ ਦੀਦੀ ਨੂੰ ਮਿਲਣ ਸਾਡੇ ਘਰ ਆਇਆ। ਉਸ ਦਿਨ ਮਾਂ ਅਤੇ ਪਿਤਾ ਵੀ ਘਰ ਨਹੀਂ ਸਨ। ਹੁਣ ਉਸ ਨੇ ਸਾਡੇ ਨਾਲ ਰਿਸ਼ਤਾ ਬਣਾ ਲਿਆ ਸੀ। ਅਸੀਂ ਦੋਵੇਂ ਭੈਣਾਂ ਘਰ ਸਾਂ, ਪਰ ਘਰ ਵਿੱਚ ਹੋਰ ਕੋਈ ਨਹੀਂ ਸੀ। ਕੁਲਦੀਪ ਪਿਛਲੇ ਦਰਵਾਜ਼ੇ ਤੋਂ ਆਇਆ। ਮੈਂ ਸਮਝ ਗਈ ਕਿ ਕੁਲਦੀਪ ਦੀਦੀ ਨੂੰ ਮਿਲਣ ਆਇਆ ਹੋਵੇਗਾ। ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਜ਼ੋਰਦਾਰ ਆਵਾਜ਼ ਆਈ। ਮੈਂ ਘਬਰਾ ਗਈ। ਮੈਂ ਸੋਚਿਆ ਸ਼ਾਇਦ ਮੰਮੀ ਡੈਡੀ ਆ ਗਏ ਹਨ। ਮੈਂ ਜਾ ਕੇ ਦਰਵਾਜ਼ੇ ਤੋਂ ਬਾਹਰ ਝਾਤੀ ਮਾਰੀ ਤਾਂ ਉੱਥੇ 3-4 ਆਦਮੀ ਖੜੇ ਸਨ। ਉਹ ਸਾਡੇ ਇਲਾਕੇ ਦੇ ਕੁਝ ਮਾਮੂਲੀ ਅਤੇ ਬਦਮਾਸ਼ ਮੁੰਡੇ ਸਨ। ਉਹਨਾਂ ਨੂੰ ਦੇਖ ਕੇ ਮੈਂ ਡਰ ਗਈ ਤੇ ਕੰਬਣ ਲੱਗੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅਜਿਹੇ ਬੰਦੇ ਕਦੇ ਸਾਡੇ ਬੂਹੇ ਤੇ ਆਉਣਗੇ। ਮੈਨੂੰ ਇਸ ਗੱਲ ਦੀ ਤਸੱਲੀ ਹੋ ਗਈ ਕਿ ਕੁਲਦੀਪ ਜੀਜੂ ਸਾਡੇ ਨਾਲ ਹੈ, ਪਰ ਇਹ ਬੰਦਾ ਪਿੰਡ ਦਾ ਬਦਮਾਸ਼ ਸੀ। ਉਸ ਵੱਲ ਦੇਖਦਿਆਂ ਹੀ ਮੇਰਾ ਖੂਨ ਸੁੱਕ ਰਿਹਾ ਸੀ। ਮੈਂ ਉਸ ਨੂੰ ਪੁੱਛਿਆ, ਤੂੰ ਕੌਣ ਹੈ? ਉਸਨੇ ਕਿਹਾ, ਦਰਵਾਜ਼ਾ ਖੋਲੋ, ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਦੇਵਾਂਗੇ। ਮੈਂ ਉਸ ਨੂੰ ਬਹੁਤ ਬੇਨਤੀ ਕੀਤੀ, ਅਸੀਂ ਘਰ ਵਿੱਚ ਇਕੱਲੀਆਂ ਭੈਣਾਂ ਹਾਂ, ਇਸ ਲਈ ਤੁਹਾਨੂੰ ਇੱਥੋਂ ਵਾਪਸ ਜਾਣਾ ਚਾਹੀਦਾ ਹੈ। ਫਿਰ ਉਹਨਾਂ ਨੇ ਮੇਰੀ ਮਾਂ ਤੇ ਭੈਣ ਨੂੰ ਗਾਲਾਂ ਕੱਢੀਆਂ ਅਤੇ ਕਿਹਾ ਕਿ ਅਸੀਂ ਵਾਪਸ ਨਹੀਂ ਜਾਵਾਂਗੇ। ਤੁਸੀਂ ਲੋਕ ਇਸ ਪਿੰਡ ਵਿੱਚ ਬੇਸ਼ਰਮੀ ਵਾਲੀਆਂ ਹਰਕਤਾਂ ਕਰਦੇ ਹੋ। ਸਾਨੂੰ ਸਭ ਪਤਾ ਹੈ ਕਿ ਇਸ ਘਰ ਵਿੱਚ ਹੋਰ ਕੌਣ-ਕੌਣ ਹੈ। ਸਾਡੇ ਸਾਹਮਣੇ ਇੱਕ ਮੁੰਡਾ ਤੁਹਾਡੇ ਘਰ ਆਇਆ
ਹੋਇਆ ਹੈ। ਇਹ ਰੌਲਾ ਸੁਣ ਕੇ ਕੁਲਦੀਪ ਵੀ ਬਾਹਰ ਆ ਗਿਆ। ਉਸਨੇ ਘਰ ਦਾ ਦਰਵਾਜ਼ਾ ਖੋਲਿਆ, ਮੈਨੂੰ ਅੰਦਰ ਜਾਣ ਲਈ ਕਿਹਾ। ਮੈਂ ਕਮਰੇ ਦੇ ਅੰਦਰ ਆਈ, ਪਰ ਕੁਲਦੀਪ ਉਹਨਾਂ ਨਾਲ ਲੜਾਈ ਕਰ ਰਿਹਾ ਸੀ। ਉਹਨਾਂ ਵਿੱਚੋਂ ਇੱਕ ਨੇ ਬਹੁਤ ਗਲਤ ਬੋਲਿਆ ਅਤੇ ਕਿਹਾ ਕਿ ਜੇ ਸਾਨੂੰ ਪਤਾ ਹੁੰਦਾ ਕਿ ਇੱਥੇ ਇਸ ਤਰ੍ਹਾਂ ਦੀਆਂ ਕੁੜੀਆਂ ਹਨ ਤਾਂ ਅਸੀਂ ਵੀ ਆ ਜਾਂਦੇ, ਅਸੀਂ 3-4 ਹਾਂ ਤੇ ਚੰਗੇ ਪੈਸੇ ਵੀ ਦਿੰਦੇ। ਇਹ ਸੁਣ ਕੇ ਕੁਲਦੀਪ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਸਕਿਆ। ਉਹਨਾਂ ਨੇ ਅਜਿਹਾ ਗਲਤ ਕਿਹਾ ਸੀ। ਕੁਲਦੀਪ ਗੁੱਸੇ ਨਾਲ ਉਬਲਣ ਲੱਗਾ। ਜੇਕਰ ਕੋਈ ਕਿਸੇ ਪੁਰਸ਼ ਦੇ ਸਾਹਮਣੇ ਕੁਲਦੀਪ ਦੀ ਹੋਣ ਵਾਲੀ ਪਤਨੀ ਬਾਰੇ ਅਜਿਹਾ ਗਲਤ ਬਿਆਨ ਦੇਵੇ ਤਾਂ ਕੋਈ ਵੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਕੁਲਦੀਪ ਨੇ ਉਸ ਸਮੇਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਕਿਹਾ ਕਿਉਂਕਿ ਉਹ ਨਿਹੱਥੇ ਸਨ ਅਤੇ ਦੂਜੀ ਸਿਆਣੀ ਗੱਲ ਇਹ ਸੀ ਕਿ ਅਸੀਂ ਭੈਣਾਂ ਘਰ ਹੀ ਇਕੱਲੀਆਂ ਸੀ, ਉਹਨਾਂ ਨਾਲ ਲੜਨਾ ਨਹੀਂ ਸੀ। ਉਸ ਨੇ ਸਮਝ ਲਿਆ ਤੇ ਉਹਨਾਂ ਨੂੰ ਭੇਜ ਦਿੱਤਾ। ਪਰ ਹੁਣ ਇਹ ਨਿੱਤ ਦਾ ਤਮਾਸ਼ਾ ਬਣ ਗਿਆ ਹੈ। ਸਾਡੇ ਘਰ ਦੇ ਬਾਹਰ 3-4 ਬਦਮਾਸ਼ ਖੜੇ ਰਹਿੰਦੇ ਸਨ। ਜਿਵੇਂ ਹੀ ਮੇਰੇ ਮਾਤਾ ਪਿਤਾ ਇੱਧਰ ਉੱਧਰ ਜਾਂਦੇ ਹਨ, ਇਹ ਲੋਕ ਸਾਨੂੰ ਤੰਗ ਕਰਨ ਲੱਗ ਪਏ। ਇੱਕ ਦਿਨ ਅਜਿਹੀ ਹੀ ਘਟਨਾ ਵਾਪਰੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਮੇਰੀ ਭੈਣ ਆਪਣੇ ਕਮਰੇ ਵਿੱਚ ਸੋ ਰਹੀ ਸੀ। ਇੱਕ ਬਦਮਾਸ਼ ਕਮਰੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਿਆ। ਇਸ ਦੇ ਨਾਲ ਹੀ ਜੀਜਾ ਕੁਲਦੀਪ ਵੀ ਘਰ 'ਚ ਦਾਖਲ ਹੋ ਗਏ। ਉਹਨਾਂ ਨੇ ਆਦਮੀ ਨੂੰ ਅੰਦਰ ਆਉਂਦੇ ਦੇਖਿਆ ਸੀ। ਕੁਲਦੀਪ ਆਪਣੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਫਿਰ ਲੜਾਈ ਹੋਈ ਜਿਸ ਵਿੱਚ ਨਾ ਸਿਰਫ ਮੇਰੀ ਭੈਣ ਦੀ ਜਾਨ ਲੈ ਲਈ ਸੀ, ਕੁਲਦੀਪ ਜੀਜਾ ਨੇ ਵੀ ਅਜਿਹਾ ਅਪਰਾਧ ਕੀਤਾ ਜਿਸ ਲਈ ਉਸ ਨੂੰ ਮੌਤ ਦੀ ਸਜ਼ਾ ਮਿਲੀ। ਜੇਕਰ ਅਸੀਂ ਅਮੀਰ ਹੁੰਦੇ ਤਾਂ ਸਾਡੇ ਹੱਥ ਵਿੱਚ ਕੋਈ ਤਾਕਤ ਹੁੰਦੀ ਤਾਂ ਅਜਿਹਾ ਨਾ ਹੁੰਦਾ, ਕਿਉਂਕਿ ਕਿਸੇ ਦੇ ਘਰ ਤੇ ਹਮਲਾ ਕਰਕੇ ਉਸ ਦੀ ਇੱਜ਼ਤ ਤੇ ਹਮਲਾ ਕਰਨ ਨਾਲ ਕਿਸੇ ਤੇ ਫੁੱਲ ਨਹੀਂ ਚੜਦੇ। ਠੀਕ ਹੈ, ਜੋ ਵੀ ਜੀਜਾ ਕੁਲਦੀਪ ਨੇ ਕੀਤਾ, ਉਹਨਾਂ ਨੇ ਮਸਲੇ ਦੇ ਜਵਾਬ ਵਿੱਚ ਅਜਿਹਾ ਕੀਤਾ ਅਤੇ ਹੁਣ ਉਹਨਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਹੈ। ਪਰ ਪਿੰਡ ਦੇ ਲੋਕ ਤਾਕਤਵਰ ਹੋਣ ਕਾਰਨ ਉਹਨਾਂ ਨੇ ਕੁਲਦੀਪ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਉਹ ਪਹਿਲੇ 6 ਮਹੀਨੇ ਇੱਧਰ ਉੱਧਰ ਲੁਕਿਆ ਰਿਹਾ, ਪਰ ਫਿਰ ਆਖਰਕਾਰ ਫੜ ਲਿਆ ਗਿਆ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਹੁਣ ਜੇ ਉਹ ਇੱਥੋਂ ਚਲੇ ਜਾਣ ਤਾਂ ਵੀ ਲੋਕ ਉਹਨਾਂ ਨੂੰ ਜਿਉਂਦਾ ਨਹੀਂ ਛੱਡਣਗੇ। ਭਾਵੇਂ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਕਸੂਰ ਉਹਨਾਂ ਦਾ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਸਾਡੇ ਘਰ ਤੇ ਹਮਲਾ ਕੀਤਾ। ਸਾਨੂੰ ਉਹਨਾਂ ਅਪਰਾਧਾਂ ਲਈ ਸਜ਼ਾ ਮਿਲੀ ਸੀ ਜੋ ਅਸੀਂ ਨਹੀਂ ਕੀਤੇ। ਕੁਲਦੀਪ ਦੀ ਮਾਂ ਨੂੰ ਇਹ ਸਭ ਸਾਡੇ ਘਰ ਬੁਲਾ ਕੇ ਦੱਸਿਆ ਸੀ। ਮੇਰੀ ਮਾਂ ਨੇ ਉਸ ਨੂੰ ਸਹੁੰ ਚੁਕਾਈ ਸੀ ਕਿ ਜੇ ਉਸ ਨੂੰ ਸਜ਼ਾ ਨਾ ਦਿੱਤੀ ਤਾਂ ਮੈਂ ਆਪਣੀ ਦੂਜੀ ਧੀ ਵੀ ਤੇਰੇ ਲਈ ਕੁਰਬਾਨ ਕਰ ਦੇਵਾਂਗੀ। ਕਿਸੇ ਨੂੰ ਵੀ ਸਾਡੇ ਪਰਿਵਾਰ ਦੀ ਓਨੀ ਲੋੜ ਨਹੀਂ ਸੀ ਜਿੰਨੀ ਉਹਨਾਂ ਨੂੰ ਹੈ। ਭਾਵੇਂ ਮੈਂ ਮਰ ਵੀ ਜਾਵਾਂ, ਮੇਰੀ ਕੋਈ ਪਰਵਾਹ ਨਹੀਂ ਕਰੇਗਾ। ਇਹ ਕਹਿ ਕੇ ਕੁੜੀ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਮੈਂ ਇਸ ਕੇਸ ਦਾ ਕੀ ਕਰਾਂ, ਪਰ ਪਰਮਾਤਮਾ ਦੀ ਮਿਹਰ ਨਾਲ ਹੀ ਉਹਨਾਂ ਦਾ ਮਾਮਲਾ ਮੀਡੀਆ ਦੀ ਬਦੌਲਤ ਕਿਸੇ ਵੱਡੇ ਵਕੀਲ ਤੱਕ ਪਹੁੰਚਿਆ। ਕੁਲਦੀਪ ਉਸ ਆਦਮੀ ਨੂੰ ਮਿਲਣ ਲਈ ਸ਼ਹਿਰ ਗਿਆ। ਰਾਤੋਂ ਰਾਤ ਜਾ ਕੇ ਉਸਨੇ ਆਪਣਾ ਕੇਸ ਪੇਸ਼ ਕੀਤਾ। ਉਹ ਬਹੁਤ ਹੀ ਕਾਬਲ ਵਕੀਲ ਸੀ ਅਤੇ ਉਸਨੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ। ਉਹ ਬਹੁਤ ਵਧੀਆ ਇਨਸਾਨ ਸੀ। ਉਹਨਾਂ ਨੇ ਕੁਲਦੀਪ ਨੂੰ ਜੇਲ੍ਹ ਦੀਆਂ ਸਲਾਖਾਂ ਤੋਂ ਬਚਾਇਆ ਸੀ ਅਤੇ ਇਹ ਮਾਮਲਾ ਕਾਫੀ ਉਜਾਗਰ ਹੋ ਗਿਆ ਸੀ। ਪਰ ਵਕੀਲ ਦੀ ਧਮਕੀ ਅਤੇ ਉਸ ਦੀ ਵਕਾਲਤ ਕਾਰਨ ਐਸਪੀ ਨੂੰ ਪੂਰੇ ਮਾਮਲੇ ਨੂੰ ਦੁਬਾਰਾ ਦੇਖਣਾ ਪਿਆ। ਇਸ ਮਾਮਲੇ ਵਿੱਚ ਕੁਲਦੀਪ ਵੱਲੋਂ ਕੋਈ ਅਪੀਲ ਨਹੀਂ ਕੀਤੀ ਗਈ ਸੀ, ਨਾ ਹੀ ਉਸ ਨੂੰ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ। ਕੇਸ ਫਿਰ ਚੱਲਿਆ ਅਤੇ ਉਸ ਤੋਂ ਬਾਅਦ ਜੀਜਾ ਕੁਲਦੀਪ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਚੰਗਾ ਇਨਸਾਨ ਸੀ। ਸ਼ਾਇਦ ਉਸ ਕੁੜੀ ਦੇ ਪਿਆਰ ਮੁਹੱਬਤ ਕਾਰਨ ਹੀ ਰੱਬ ਨੇ ਸਾਡੀ ਸਾਰਿਆਂ ਦੀ ਇੱਜ਼ਤ ਬਚਾਈ ਸੀ, ਨਹੀਂ ਤਾਂ ਮੈਂ ਕਦੇ ਕਿਸੇ ਨੂੰ ਇੰਨੇ ਵੱਡੇ ਕੇਸ ਵਿੱਚੋਂ ਬਾਹਰ ਬਰੀ ਹੁੰਦੇ ਨਹੀਂ ਦੇਖਿਆ ਸੀ। ਰੱਬ ਨੇ ਸਾਨੂੰ ਸਾਰਿਆਂ ਨੂੰ ਸਿੱਧਾ ਰਾਸਤਾ ਦਿਖਾਇਆ ਸੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸਾਡੀ ਆਉਣ ਵਾਲੀ ਕੱਲ ਦੀ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਹਮੇਸ਼ਾ ਮੇਰੇ ਤੇ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ।